ਇਸੇ ਚੈਨਲ ਉੱਤੇ ਪਹਿਲੇ ਭਾਗ ਵਿੱਚ ਅਸੀਂ ਪੰਜਾਬੀ ਦੀ ਆਧੁਨਿਕ ਕਵਿਤਾ ਬਾਰੇ ਗੱਲ ਕਰ ਚੁੱਕੇ ਹਾਂ। ਹੁਣ ਅਸੀਂ ਅੰਗਰੇਜ਼ੀ ਭਾਸ਼ਾ ਦੀ ਆਧੁਨਿਕ ਕਵਿਤਾ ਬਾਰੇ ਗੱਲ ਕਰਾਂਗੇ ਅਤੇ ਇਹਨਾਂ ਦੋਵਾਂ ਦਾ ਬਾਅਦ ਵਿੱਚ ਤੁਲਨਾਤਮਕ ਅਧਿਐਨ ਕਰਨ ਦੀ ਕੋਸ਼ਿਸ਼ ਕਰਾਂਗੇ। ਅੰਗਰੇਜ਼ੀ ਭਾਸ਼ਾ ਦੀ ਕਵਿਤਾ ਵਿੱਚ 19ਵੀਂ ਸਦੀ ਵਿੱਚ ਰੋਮਾਂਸਵਾਦ ਦਾ ਦਬਦਬਾ ਸੀ। ਰੋਮਾਂਸਵਾਦ ਦੇ ਸਿਧਾਂਤ ਅਧੀਨ ਵਾਤਾਵਰਣ, ਕੁਦਰਤ ਅਤੇ ਇਸ ਦਾ ਮਨੁੱਖ ਦੀ ਮਨੋਦਸ਼ਾ ਉੱਤੇ ਅਸਰ ਬਾਰੇ ਕਵਿਤਾਵਾਂ ਲਿਖੀਆਂ ਜਾਂਦੀਆਂ ਸਨ। ਇਹਨਾਂ ਕਵਿਤਾਵਾਂ ਵਿੱਚ ਧਰਮ ਅਤੇ ਅਧਿਆਤਮ ਦਾ ਵੀ ਜ਼ਿਕਰ ਕੀਤਾ ਜਾਂਦਾ ਹੈ। 20ਵੀਂ ਸਦੀ ਦੇ ਆਉਣ ਨਾਲ ਅੰਗਰੇਜ਼ੀ ਸਮਾਜ ਵਿੱਚ ਜੋ ਤਬਦੀਲੀਆਂ ਹੋਈਆਂ, ਉਹਨਾਂ ਕਰਕੇ ਰੋਮਾਂਸਵਾਦ ਦੀ ਲਹਿਰ ਉੱਤੇ ਸਵਾਲੇ ਨਿਸ਼ਾਨ ਖੜ੍ਹੇ ਹੋਏ। ਨਵੀਂ ਸਦੀ ਵਿੱਚ ਮਸ਼ੀਨੀਕਰਨ ਦੇ ਵਧਣ ਨਾਲ ਮਨੁੱਖ ਦਾ ਆਪਣੇ ਜੀਵਨ ਪ੍ਰਤੀ ਨਜ਼ਰੀਆ ਬਦਲ ਗਿਆ। ਇਸ ਸਮੇਂ ਵਿੱਚ ਕਵਿਤਾ ਨੂੰ ਵੀ ਨਵੇਂ ਸਿਰੇ ਤੋਂ ਵਿਚਾਰਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਇਸ ਸਮੇਂ ਜੋ ਨਵੀਂ ਤਰ੍ਹਾਂ ਦੀ ਕਵਿਤਾ ਉਤਪੰਨ ਹੋਈ, ਉਸ ਨੂੰ ਆਧੁਨਿਕ ਅੰਗਰੇਜ਼ੀ ਕਵਿਤਾ ਦਾ ਨਾਂ ਦਿੱਤਾ ਗਿਆ ਹੈ। ਇਸ ਕਵਿਤਾ ਵਿੱਚ ਚਿੰਨ੍ਹਵਾਦ ਅਤੇ ਪ੍ਰਤੀਕਵਾਦ, ਜਿਸ ਨੂੰ ਇਮੇਜਿਜ਼ਮ ਅਤੇ ਸਿੰਬੋਲਿਜ਼ਮ ਕਿਹਾ ਜਾਂਦਾ ਹੈ, ਜੋ ਕਿ ਚਿੱਤਰਕਲਾ ਦੇ ਖੇਤਰ ਵਿੱਚ ਪਹਿਲਾਂ ਆਏ ਸਨ, ਇਹਨਾਂ ਦਾ ਪ੍ਰਭਾਵ ਵੇਖਣ ਨੂੰ ਮਿਲ ਸਕਦਾ ਹੈ। ਆਧੁਨਿਕ ਕਵਿਤਾ ਵਿੱਚ ਸ਼ਬਦਾਂ ਦੀ ਗਿਣਤੀ ਲੋੜ ਮੁਤਾਬਕ ਘੱਟ ਤੋਂ ਘੱਟ ਰੱਖਣ ਦੀ ਗੱਲ ਕੀਤੀ ਗਈ ਹੈ। ਭਾਸ਼ਾ ਬੜੀ ਹੀ ਸਟੀਕ ਅਤੇ ਸੰਕੇਤਾਂ ਨਾਲ ਭਰੀ ਹੋਈ ਵਰਤਣ ਦਾ ਦੌਰ ਚੱਲਿਆ ਹੈ। ਬਦਲ ਰਹੇ ਮਨੁੱਖੀ ਜੀਵਨ ਨੂੰ ਦਰਸਾਉਣ ਲਈ ਨਵੇਂ ਪ੍ਰਯੋਗਾਂ ਦੀ ਵਰਤੋਂ ਕੀਤੀ ਗਈ ਹੈ। ਬਰਤਾਨਵੀ ਸਮਾਜ ਵਿੱਚ ਆਧੁਨਿਕੀਕਰਨ ਕਰਕੇ ਹੋਈਆਂ ਵੱਖ-ਵੱਖ ਤਬਦੀਲੀਆਂ ਨੇ ਸਾਹਿਤਕਾਰਾਂ, ਖਾਸ ਕਰਕੇ ਕਵੀਆਂ ਦੇ ਮਨਾਂ ਵਿੱਚ ਮਨੁੱਖਤਾ ਦੇ ਪ੍ਰਤੀ ਚਿੰਤਾ ਖੜੀ ਕਰ ਦਿੱਤੀ ਸੀ। ਸਾਹਿਤਕਾਰਾਂ ਨੇ ਸਮਝਿਆ ਕਿ ਆਧੁਨਿਕ ਮਨੁੱਖ ਆਪਣੀ ਹੋਂਦ ਨੂੰ ਲੈ ਕੇ ਸੰਤੁਸ਼ਟ ਨਹੀਂ ਹੈ ਅਤੇ ਆਧੁਨਿਕਤਾ ਇਸ ਦੇ ਅੰਦਰਲੇ ਅਹਿਸਾਸਾਂ ਨੂੰ ਖਤਮ ਕਰ ਰਹੀ ਹੈ। ਨਵਾਂ ਸਮਾਜ ਭ੍ਰਿਸ਼ਟ ਅਤੇ ਨਿਰਾਸ਼ਾਵਾਦੀ ਸੋਚ ਦਾ ਸ਼ਿਕਾਰ ਹੋ ਗਿਆ ਹੈ। 20ਵੀਂ ਸਦੀ ਦੀਆਂ ਦੋ ਵਿਸ਼ਵ ਯੁੱਧਾਂ ਨੇ ਆਧੁਨਿਕਤਾ ਦੇ ਵਿਨਾਸ਼ਕਾਰੀ ਰੂਪ ਨੂੰ ਉਜਾਗਰ ਕੀਤਾ। ਅੰਗਰੇਜ਼ੀ ਆਧੁਨਿਕ ਕਵਿਤਾ ਦੇ ਪ੍ਰਮੁੱਖ ਕਵੀ ਇਸ ਤਰ੍ਹਾਂ ਹਨ। W.V. ਯੀਟਸ। ਯੀਟਸ ਅੰਗਰੇਜ਼ੀ ਦੇ ਮੁੱਢਲੇ ਆਧੁਨਿਕ ਕਵੀਆਂ ਵਿੱਚੋਂ ਇੱਕ ਹਨ। ਇਹਨਾਂ ਦਾ ਪਿਛੋਕੜ ਆਇਰਲੈਂਡ ਦਾ ਸੀ। ਇਹਨਾਂ ਨੂੰ ਆਇਰਲੈਂਡ ਵਿੱਚ ਸਾਹਿਤਕ ਪੁਨਰ-ਉਥਾਨ ਯਾਨੀ ਕਿ ਲਿਟਰੇਰੀ ਰਿਵਾਈਵਲ ਲਈ ਵੀ ਜਾਣਿਆ ਜਾਂਦਾ ਹੈ। ਸਾਹਿਤ ਦੇ ਖੇਤਰ ਵਿੱਚ ਆਪਣੇ ਯੋਗਦਾਨ ਲਈ ਇਹਨਾਂ ਨੂੰ 1923 ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਯੀਟਸ ਦੀ ਸ਼ੁਰੂਆਤੀ ਕਵਿਤਾ ਵਿੱਚ ਆਇਰਲੈਂਡ ਦਾ ਪ੍ਰਭਾਵ ਮਿਲਦਾ ਹੈ। ਉਹਨਾਂ ਦੀ ਕਵਿਤਾ ਵਿੱਚ ਆਇਰਲੈਂਡ ਦੇ ਇਤਿਹਾਸ, ਸੱਭਿਆਚਾਰ ਅਤੇ ਸਮਾਜ ਦਾ ਚਿੱਤਰਣ ਪੇਸ਼ ਕੀਤਾ ਗਿਆ ਹੈ। ਯੀਟਸ ਨੇ ਆਪਣੀ ਕਵਿਤਾ ਰਾਹੀਂ ਆਪਣੇ ਦੇਸ਼ ਦਾ ਮਿਥਿਹਾਸ ਅਤੇ ਇਸ ਦੀ ਲੋਕਧਾਰਾ ਨੂੰ ਦੁਨੀਆ ਭਰ ਵਿੱਚ ਪ੍ਰਚਲਿਤ ਕੀਤਾ। ਇਹਨਾਂ ਦੀ ਕਵਿਤਾ ਦਾ ਵਿਸ਼ਾ ਵਸਤੂ ਪਿਆਰ, ਰਹੱਸਵਾਦ ਵਰਗੇ ਪੱਖਾਂ ਨਾਲ ਵਿਚਰਦਾ ਹੈ। ਬਾਅਦ ਵਿੱਚ ਯੀਟਸ ਦੀ ਕਵਿਤਾ ਵਿੱਚ ਆਧੁਨਿਕਤਾਵਾਦੀ ਫਿਲਾਸਫੀ ਦਾ ਅਸਰ ਹੁੰਦਾ ਹੈ। ਯੀਟਸ ਨੇ ਪ੍ਰਤੀਕਮਈ ਸਿੰਬੋਲਿਕ ਕਵਿਤਾਵਾਂ ਲਿਖੀਆਂ ਹਨ, ਜਿਸ ਦੇ ਵਿੱਚ ਸ਼ਬਦਾਂ ਦਾ ਆਪਣੇ ਅਰਥ ਨਾਲੋਂ ਇੱਕ ਵੱਖਰਾ ਮਤਲਬ ਹੁੰਦਾ ਹੈ, ਜੋ ਕਵਿਤਾ ਦੇ ਸੰਦੇਸ਼ ਨੂੰ ਸਮਝਣ ਲਈ ਜ਼ਰੂਰੀ ਹੁੰਦਾ ਹੈ। ਉਹਨਾਂ ਦੀ ਕਵਿਤਾ ਵਿੱਚ ਬਦਲਦੇ ਸਮਾਜ ਦਾ ਮਨੁੱਖ ਉੱਤੇ ਹੋ ਰਹੇ ਅਸਰ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। ਇਹਨਾਂ ਦੀਆਂ ਅਖੀਰਲੀਆਂ ਕਵਿਤਾਵਾਂ ਵਿੱਚ ਨਿੱਜੀ ਜੀਵਨ ਦਾ ਅਨੁਭਵ ਸ਼ਾਮਲ ਹੈ। ਯੀਟਸ ਦੀ ਫਿਲਾਸਫੀ ਉੱਪਰ ਧਰਮ ਅਤੇ ਰਹੱਸਵਾਦ ਦਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ। ਇਹਨਾਂ ਦੀਆਂ ਪ੍ਰਮੁੱਖ ਕਵਿਤਾਵਾਂ ਦ ਸੈਕਿੰਡ ਕਮਿੰਗ, ਈਸਟਰ 1916 ਆਦਿ ਹਨ। ਇਸ ਤੋਂ ਬਾਅਦ ਜੋ ਪ੍ਰਮੁੱਖ ਕਵੀ ਸਾਡੇ ਸਾਹਮਣੇ ਆਉਂਦੇ ਹਨ, ਉਹ ਹਨ T.S. ਈਲੀਅਟ। T.S. ਈਲੀਅਟ ਆਧੁਨਿਕ ਅੰਗਰੇਜ਼ੀ ਕਵਿਤਾ ਦੇ ਖੇਤਰ ਵਿੱਚ ਮੰਨੇ-ਪ੍ਰਮੰਨੇ ਸ਼ਖਸੀਅਤ ਹਨ। ਇਹਨਾਂ ਦਾ ਜਨਮ ਅਮਰੀਕਾ ਵਿੱਚ ਹੋਇਆ, ਪਰ ਇਹ ਬਾਅਦ ਵਿੱਚ ਇੰਗਲੈਂਡ ਆ ਕੇ ਰਹਿਣ ਲੱਗੇ। ਈਲੀਅਟ ਦੀਆਂ ਕਵਿਤਾਵਾਂ ਵਿੱਚ ਆਧੁਨਿਕ ਜੀਵਨ ਦੀ ਅਨੈਤਿਕਤਾ, ਮਨੁੱਖ ਦੀ ਹੋਂਦ ਦੇ ਉੱਤੇ ਹੋ ਰਹੇ ਪ੍ਰਭਾਵ ਅਤੇ ਸਮਾਜ ਦੀਆਂ ਕੁਰੀਤੀਆਂ ਦਾ ਜ਼ਿਕਰ ਆਉਂਦਾ ਹੈ। T.S. ਈਲੀਅਟ ਨੇ ਆਪਣੀ ਕਵਿਤਾ ਵਿੱਚ ਜੋ ਲਿਖਿਆ, ਉਸ ਬਾਰੇ ਉਹਨਾਂ ਨੇ ਆਪਣੇ ਲੇਖਾਂ ਵਿੱਚ ਵੀ ਜ਼ਿਕਰ ਕੀਤਾ ਹੈ। ਉਹਨਾਂ ਦਾ ਲੇਖ ਟ੍ਰੈਡੀਸ਼ਨ ਐਂਡ ਦਾ ਇੰਡੀਵਿਜੂਅਲ ਟੈਲੈਂਟ ਆਧੁਨਿਕ ਅੰਗਰੇਜ਼ੀ ਕਵਿਤਾ ਦੇ ਮੁੱਖ ਪੱਖਾਂ ਬਾਰੇ ਦੱਸਦਾ ਹੈ। T.S. ਈਲੀਅਟ ਨੇ ਕਿਹਾ ਕਿ ਕਵੀ ਨੂੰ ਕਵਿਤਾ ਲਿਖਣ ਲਈ ਆਪਣੇ ਤਜਰਬੇ ਅਤੇ ਆਪਣੀ ਸ਼ਖਸੀਅਤ ਤੋਂ ਵੱਖ ਹੋ ਕੇ ਨਿਰਪੱਖ, ਆਬਜੈਕਟਿਵ ਨਜ਼ਰੀਏ ਨਾਲ ਲਿਖਣਾ ਚਾਹੀਦਾ ਹੈ। ਉਹਨਾਂ ਦੀ ਕਵਿਤਾ ਵਿੱਚ ਲੋੜ ਮੁਤਾਬਕ ਘੱਟ ਤੋਂ ਘੱਟ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਜਿਹੜੇ ਸ਼ਬਦਾਂ ਦੀ ਲੋੜ ਨਹੀਂ ਹੁੰਦੀ ਸੀ, ਉਹਨਾਂ ਨੂੰ ਬਾਅਦ ਵਿੱਚ ਕੱਟ ਦਿੱਤਾ ਜਾਂਦਾ ਸੀ। ਕਵਿਤਾ ਬੜੀ ਹੀ ਸਟੀਕ ਅਤੇ ਗੁੰਝਲਦਾਰ ਕਿਸਮ ਦੀ ਸੀ। ਸਿੱਧੀ ਕਵਿਤਾ ਦੀ ਥਾਂ ਇਹਨਾਂ ਨੇ ਜੋ ਕਵਿਤਾ ਲਿਖੀ, ਉਸ ਦੇ ਅਰਥ ਨੂੰ ਸਮਝਣ ਲਈ ਬੜੀ ਹੀ ਮੁਸ਼ੱਕਤ ਕਰਨ ਦੀ ਲੋੜ ਪੈਂਦੀ ਹੈ, ਜੋ ਪਹਿਲੀ ਵਾਰ ਵਿੱਚ ਸਮਝ ਨਹੀਂ ਆਉਂਦੀ ਹੈ।
ਈਲੀਅਟ ਦੀ ਕਵਿਤਾ ਦ ਵੇਸਟਲੈਂਡ ਆਧੁਨਿਕ ਅੰਗਰੇਜ਼ੀ ਕਵਿਤਾ ਦੇ ਖੇਤਰ ਵਿੱਚ ਬੜੀ ਮਹੱਤਵਪੂਰਨ ਹੈ। ਇਸ ਕਵਿਤਾ ਵਿੱਚ ਆਧੁਨਿਕ ਯੁੱਗ ਦੇ ਬਦਲ ਰਹੇ ਸਮਾਜ ਦਾ ਚਿੱਤਰਨ ਬੜੇ ਹੀ ਗੰਭੀਰ ਰੂਪ ਵਿੱਚ ਕੀਤਾ ਗਿਆ ਹੈ। ਈਲੀਅਟਸ ਲਈ ਜੋ ਉਸ ਸਮੇਂ ਦਾ ਸਮਾਜ ਇੱਕ ਵੇਸਟਲੈਂਡ, ਇੱਕ ਬੰਜਰ ਧਰਤੀ ਹੈ ਜਿੱਥੇ ਕੁਝ ਵੀ ਨਵਾਂ ਨਹੀਂ ਉੱਗ ਰਿਹਾ ਹੈ, ਅਤੇ ਉਹ ਇਸ ਬੰਜਰ ਹੋ ਚੁੱਕੀ ਧਰਤੀ ਵਿੱਚੋਂ ਕੁਝ ਨਵਾਂ ਉਗਾਉਣ ਲਈ, ਕੁਝ ਨਵੀਂ ਸ਼ੁਰੂਆਤ ਕਰਨ ਲਈ ਆਪਣੀ ਕਵਿਤਾ ਲਿਖਦੇ ਹਨ। ਇਸ ਕਵਿਤਾ ਵਿੱਚ ਬਹੁਤ ਸਾਰੇ ਚਿੰਨ੍ਹਾਂ ਦੀ ਵਰਤੋਂ ਕੀਤੀ ਗਈ ਹੈ ਜਿਨ੍ਹਾਂ ਨੂੰ ਸਮਝਣ ਲਈ ਬਰਤਾਨਵੀ ਅਤੇ ਅੰਗਰੇਜ਼ੀ ਇਤਿਹਾਸ ਅਤੇ ਸੱਭਿਆਚਾਰ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਟੀ.ਐਸ. ਈਲੀਅਟ ਨੇ ਆਪਣੀ ਕਵਿਤਾ ਤੋਂ ਇਲਾਵਾ ਨਾਟਕ ਅਤੇ ਸਾਹਿਤ ਆਲੋਚਨਾ ਵਿੱਚ ਵੀ ਕਈ ਰਚਨਾਵਾਂ ਕੀਤੀਆਂ ਹਨ। ਇਹਨਾਂ ਨੂੰ 1948 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। W.H. ਔਡਨ ਦਾ ਜ਼ਿਕਰ ਆਧੁਨਿਕ ਅੰਗਰੇਜ਼ੀ ਕਵਿਤਾ ਦੇ ਮਹੱਤਵਪੂਰਨ ਲਿਖਾਰੀਆਂ ਵਿੱਚ ਆਉਂਦਾ ਹੈ। ਔਡਨ ਦਾ ਜਨਮ ਇੰਗਲੈਂਡ ਵਿੱਚ ਹੋਇਆ ਸੀ ਅਤੇ 1940 ਵਿੱਚ ਇਹਨਾਂ ਨੇ ਅਮਰੀਕਾ ਦੀ ਨਾਗਰਿਕਤਾ ਹਾਸਲ ਕਰ ਲਈ ਅਤੇ ਇੱਥੇ ਆ ਕੇ ਵੱਸ ਗਏ। ਔਡਨ ਦੀ ਕਵਿਤਾ ਰਾਜਨੀਤਿਕ, ਧਾਰਮਿਕ ਅਤੇ ਸਦਾਚਾਰਕ ਮਸਲਿਆਂ ਨਾਲ ਸੰਬੰਧ ਰੱਖਦੀ ਹੈ। ਇਹਨਾਂ ਦੀ ਕਵਿਤਾ ਵਿੱਚ ਸਮਾਜਿਕ ਮਸਲੇ ਅਤੇ ਮੁਹੱਬਤ ਨੂੰ ਵੀ ਪੇਸ਼ ਕੀਤਾ ਗਿਆ ਹੈ। ਔਡਨ ਨੇ ਆਪਣੀ ਪਹਿਲੀ ਕਵਿਤਾ 23 ਸਾਲ ਦੀ ਉਮਰ ਵਿੱਚ ਛਪਵਾਈ ਸੀ। ਇਸ ਕਵਿਤਾ ਦੇ ਨਾਲ ਹੀ ਔਡਨ ਦੀ ਪ੍ਰਸਿੱਧੀ ਅੰਗਰੇਜ਼ੀ ਸਾਹਿਤਕ ਸੰਸਾਰ ਵਿੱਚ ਹੋਣ ਲੱਗੀ ਸੀ। ਔਡਨ ਦੀਆਂ ਪਹਿਲੀਆਂ ਕਵਿਤਾਵਾਂ ਵਿੱਚ ਮਨੁੱਖ ਦੀ ਇਕੱਲਤਾ ਅਤੇ ਪਤਨ ਯਾਨੀ ਕਿ ਲੋਨਲੀਨੈਸ ਅਤੇ ਲਾਸ ਬਾਰੇ ਜ਼ਿਕਰ ਆਉਂਦਾ ਹੈ। ਔਡਨ ਨੇ ਆਪਣੇ ਜੀਵਨ ਵਿੱਚ 400 ਕਵਿਤਾਵਾਂ ਲਿਖੀਆਂ ਅਤੇ ਛਪਵਾਈਆਂ। ਔਡਨ ਨੂੰ ਕਾਫੀ ਆਲੋਚਕ ਇੱਕ ਰਾਜਨੀਤਿਕ ਕਵੀ ਮੰਨਦੇ ਹਨ। ਅਮਰੀਕਾ ਵਿੱਚ ਆ ਕੇ ਔਡਨ ਦੇ ਉੱਤੇ ਮਾਰਕਸਵਾਦੀ ਅਤੇ ਖੱਬੇ ਪੱਖੀ ਸੋਚ ਦਾ ਪ੍ਰਭਾਵ ਪੈਣਾ ਸ਼ੁਰੂ ਹੋਇਆ। ਉਹ ਖੱਬੇ ਪੱਖੀ ਸੰਗਠਨਾਂ ਦੀਆਂ ਮੀਟਿੰਗਾਂ ਵਿੱਚ ਜਾਣ ਲੱਗੇ ਅਤੇ ਇਸ ਦਾ ਅਸਰ ਉਹਨਾਂ ਦੀ ਕਵਿਤਾ ਵਿੱਚ ਦਿਖਦਾ ਹੈ। ਔਡਨ ਨੇ 1940 ਦੇ ਨੇੜੇ ਤੇੜੇ ਉੱਭਰ ਰਹੀਆਂ ਫਾਸੀਵਾਦੀ ਤਾਕਤਾਂ ਦੇ ਖਿਲਾਫ ਆਪਣੀ ਕਵਿਤਾ ਰਾਹੀਂ ਆਵਾਜ਼ ਉਠਾਈ। ਇਸ ਦਾ ਉਦਾਹਰਣ ਉਹਨਾਂ ਦੀ ਕਵਿਤਾ ਸੈਪਟੈਂਬਰ 1, 1939 ਵਿੱਚ ਵੇਖਣ ਨੂੰ ਮਿਲਦਾ ਹੈ। ਇਸ ਵਿੱਚ ਉਹਨਾਂ ਨੇ ਹਿਟਲਰ ਦੇ ਪੋਲੈਂਡ ਉੱਤੇ ਹਮਲੇ ਬਾਰੇ ਲਿਖਿਆ ਹੈ ਜਿਸ ਤੋਂ ਦੂਸਰੇ ਵਿਸ਼ਵ ਯੁੱਧ ਦੀ ਸ਼ੁਰੂਆਤ ਹੋਈ ਸੀ। ਔਡਨ ਦੇ ਉੱਪਰ ਬਾਅਦ ਵਿੱਚ ਧਾਰਮਿਕਤਾ ਦਾ ਪ੍ਰਭਾਵ ਪਿਆ ਅਤੇ ਉਹ ਆਪ ਹੀ ਆਪਣੇ ਮੁੱਢਲੇ ਵਿਚਾਰਾਂ ਨੂੰ ਨਕਾਰਨ ਲੱਗੇ। ਉਹਨਾਂ ਨੇ ਸਮਾਜ ਵਿੱਚ ਫੈਲੀ ਉਪਰਾਮਤਾ ਅਤੇ ਤਣਾਅ, ਐਂਗਜ਼ਾਇਟੀ ਬਾਰੇ ਕਵਿਤਾਵਾਂ ਲਿਖੀਆਂ ਹਨ। ਹਿਲਡਾ ਡੂਲਿਟਲ ਅਮਰੀਕੀ ਆਧੁਨਿਕ ਕਵਿਤਾ ਦੀਆਂ ਮਹਿਲਾ ਕਵੀਆਂ ਵਿੱਚੋਂ ਮੁੱਖ ਹਨ। ਇਹਨਾਂ ਨੇ ਆਪਣਾ ਸਾਹਿਤ ਛਪਵਾਉਣ ਵਿੱਚ ਨਾਮ H.D. ਦੀ ਵਰਤੋਂ ਕੀਤੀ ਹੈ। ਇਹਨਾਂ ਨੂੰ ਅਵੰਤ-ਗਾਰਦੇ ਅਤੇ ਚਿੰਨ੍ਹਵਾਦੀ ਇਮੇਜਿਸਟ ਕਵੀਆਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਚਿੰਨ੍ਹਵਾਦ ਦੇ ਮੋਢੀ ਕਵੀ ਐਜ਼ਰਾ ਪਾਉਂਡ ਦਾ H.D. ਦੇ ਸਾਹਿਤਕ ਸਫ਼ਰ ਵਿੱਚ ਬਹੁਤ ਯੋਗਦਾਨ ਰਿਹਾ ਹੈ। ਐਜ਼ਰਾ ਨੇ ਇਹਨਾਂ ਨੂੰ ਆਪਣੀ ਕਵਿਤਾਵਾਂ ਛਪਵਾਉਣ ਲਈ ਪ੍ਰੇਰਿਤ ਕੀਤਾ। H.D. ਨੇ ਇਮੇਜਿਸਟ ਕਵਿਤਾਵਾਂ ਲਿਖੀਆਂ ਅਤੇ ਇਹਨਾਂ ਦੀ ਕਵਿਤਾਵਾਂ ਇੰਗਲਿਸ਼ ਰਿਵਿਊ ਅਤੇ ਟ੍ਰਾਂਸ-ਐਟਲਾਂਟਿਕ ਰਿਵਿਊ ਨਾਮ ਦੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਈਆਂ। H.D. ਦੀ ਕਵਿਤਾ ਉੱਤੇ ਜਾਪਾਨੀ ਹਾਇਕੂ ਕਵਿਤਾ ਦਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ। ਇਹਨਾਂ ਦੀ ਕਵਿਤਾਵਾਂ ਬਹੁਤ ਘੱਟ ਸ਼ਬਦਾਂ ਨਾਲ ਰਚੀਆਂ ਹੋਈਆਂ ਹਨ। ਵੱਖ-ਵੱਖ ਜਜ਼ਬਾਤਾਂ ਨੂੰ ਦਰਸਾਉਣ ਲਈ ਇਹਨਾਂ ਦੀਆਂ ਕਵਿਤਾਵਾਂ ਵਿੱਚ ਕੁਦਰਤੀ ਦ੍ਰਿਸ਼ਾਂ ਦੀ ਵਰਤੋਂ ਕੀਤੀ ਗਈ ਹੈ। ਇਕੱਲਤਾ, ਲੋਨਲੀਨੈਸ ਅਤੇ ਸਦਮਾ ਯਾਨੀ ਕਿ ਟਰਾਮਾ ਇਹਨਾਂ ਦੀਆਂ ਕਵਿਤਾਵਾਂ ਵਿੱਚ ਨਜ਼ਰ ਆਉਂਦਾ ਹੈ। ਇਹਨਾਂ ਦੇ ਛੋਟੇ ਭਰਾ ਦੀ ਪਹਿਲੇ ਵਿਸ਼ਵ ਯੁੱਧ ਵਿੱਚ ਮੌਤ ਹੋ ਗਈ ਸੀ ਜਿਸ ਦਾ ਇਹਨਾਂ ਦੇ ਉੱਤੇ ਗੂੜ੍ਹਾ ਪ੍ਰਭਾਵ ਪਿਆ। H.D. ਦੀ ਬਾਅਦ ਦੀ ਕਵਿਤਾ ਵਿੱਚ ਗ੍ਰੀਕ ਮਿਥਿਹਾਸ ਅਤੇ ਪ੍ਰਾਚੀਨ ਗ੍ਰੀਕ ਸਾਹਿਤ ਦਾ ਅਸਰ ਵੇਖਣ ਨੂੰ ਮਿਲਦਾ ਹੈ। H.D. ਨੇ 1950 ਦੇ ਦਹਾਕੇ ਦੌਰਾਨ ਕਈ ਕਵਿਤਾਵਾਂ ਲਿਖੀਆਂ। ਇਹਨਾਂ ਵਿੱਚੋਂ ਇੱਕ ਹੈਲਨ ਇਨ ਇਜਿਪਟ ਹੈ ਜਿਸ ਵਿੱਚ ਟਰੋਏ ਦੀ ਪ੍ਰਾਚੀਨ ਗ੍ਰੀਕ ਕਹਾਣੀ ਨੂੰ ਇੱਕ ਇਸਤਰੀ ਦੇ ਨਜ਼ਰੀਏ ਤੋਂ ਵੇਖਿਆ ਗਿਆ ਹੈ। ਇਸੇ ਤਰ੍ਹਾਂ ਹੀ ਹੋਰ ਕਵਿਤਾਵਾਂ ਵਿੱਚ ਪ੍ਰਾਚੀਨ ਗ੍ਰੀਕ ਸਾਹਿਤ ਨੂੰ ਇੱਕ ਨਾਰੀਵਾਦੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਹਨਾਂ ਦੀਆਂ ਕਵਿਤਾਵਾਂ ਵਿੱਚ ਵਿਸ਼ਵ ਯੁੱਧ ਤੋਂ ਪੈਦਾ ਹੋਏ ਡਰ ਅਤੇ ਪਰਮਾਣੂ ਜੰਗ ਦੇ ਡਰ ਦਾ ਵੀ ਜ਼ਿਕਰ ਆਉਂਦਾ ਹੈ। ਇਸ ਸਮੇਂ ਇਹਨਾਂ ਨੇ ਲੰਮਾ ਵਾਰਤਕ ਕਾਵਿ ਲਿਖਣਾ ਵੀ ਸ਼ੁਰੂ ਕੀਤਾ। H.D. ਨੂੰ 1970 ਦੀ ਨਾਰੀਵਾਦੀ ਲਹਿਰ ਵਿੱਚ ਇੱਕ ਨਾਇਕਾ ਦਾ ਖਿਤਾਬ ਮਿਲਿਆ ਹੈ। ਆਧੁਨਿਕ ਅੰਗਰੇਜ਼ੀ ਕਵਿਤਾ ਦੇ ਮੁੱਖ ਰੁਝਾਨ। ਆਧੁਨਿਕ ਕਵਿਤਾ ਦੇ ਰਾਹੀਂ ਅੰਗਰੇਜ਼ੀ ਦੇ ਕਵੀ ਰੋਮਾਂਸਵਾਦ ਦਾ ਵਿਕਲਪ ਲੱਭਦੇ ਹਨ। ਰੋਮਾਂਸਵਾਦ ਦਾ ਆਦਰਸ਼ਵਾਦੀ ਅਤੇ ਇਕਸਾਰ ਰਵੱਈਆ
ਆਧੁਨਿਕ ਯੁੱਗ ਲਈ ਸਹੀ ਨਹੀਂ ਮੰਨਿਆ ਗਿਆ। ਆਧੁਨਿਕ ਅੰਗਰੇਜ਼ੀ ਕਵਿਤਾ ਵਿੱਚ ਪ੍ਰਯੋਗ ਯਾਨੀ ਕਿ ਐਕਸਪੈਰੀਮੈਂਟੇਸ਼ਨ ਦਾ ਦੌਰ ਵੇਖਣ ਨੂੰ ਮਿਲਦਾ ਹੈ। ਬਦਲ ਰਹੇ ਮਨੁੱਖੀ ਜੀਵਨ ਨੂੰ ਦਰਸਾਉਣ ਲਈ ਵੱਖ-ਵੱਖ ਵਿਧੀਆਂ ਜਿਵੇਂ ਕਿ ਸਿੰਬੋਲਿਜ਼ਮ, ਇਮੇਜਿਜ਼ਮ ਆਦਿ ਦੀ ਵਰਤੋਂ ਕੀਤੀ ਗਈ ਹੈ। ਆਧੁਨਿਕਤਾ ਕਰਕੇ ਫੈਲੇ ਤਣਾਅ ਅਤੇ ਅਨੈਤਿਕਤਾ ਉੱਪਰ ਆਧੁਨਿਕ ਕਵੀ ਵਰਗ ਚਿੰਤਾ ਜ਼ਾਹਿਰ ਕਰਦਾ ਹੈ। ਆਧੁਨਿਕ ਮਨੁੱਖ ਦਾ ਆਪਣੇ ਮਨੁੱਖਤਾ ਨਾਲੋਂ ਟੁੱਟ ਕੇ ਪਦਾਰਥਵਾਦੀ ਹੋ ਜਾਣ ਉੱਤੇ ਹਦਸ਼ਾ ਜ਼ਾਹਿਰ ਕੀਤਾ ਗਿਆ ਹੈ। ਦੋ ਵਿਸ਼ਵ ਯੁੱਧਾਂ ਕਰਕੇ ਹੋਏ ਜਾਨ ਮਾਲ ਦੇ ਨੁਕਸਾਨ ਨਾਲ ਮਨੁੱਖ ਦੀ ਸੋਚ ਅਤੇ ਆਸ਼ਾਵਾਦੀ ਰਵੱਈਏ ਉੱਤੇ ਸੱਟ ਵੱਜਦੀ ਹੈ। ਆਧੁਨਿਕਤਾ ਦੇ ਵਿਨਾਸ਼ਕਾਰੀ ਰੂਪ ਨੂੰ ਵੇਖ ਕੇ ਕਵੀ ਵਿੱਚ ਆਧੁਨਿਕਤਾ ਦੇ ਪਸਾਰ ਅਤੇ ਪ੍ਰਗਤੀਵਾਦੀ ਦਾਅਵਿਆਂ ਉੱਤੇ ਸਵਾਲ ਪੈਦਾ ਹੁੰਦੇ ਹਨ। ਆਧੁਨਿਕ ਸਮਾਜ ਦੀ ਬਦਹਾਲੀ ਅਤੇ ਦੁਰਦਸ਼ਾ ਨੂੰ ਦਰਸਾਉਣ ਲਈ ਸੰਖੇਪ ਅਤੇ ਸਟੀਕ ਟਿੱਪਣੀ ਵਾਲੀ ਕਵਿਤਾ ਲਿਖੀ ਗਈ ਹੈ। ਛੰਦ ਰਹਿਤ ਦੇ ਨਾਲ ਨਾਲ ਪਾਰੰਪਰਿਕ ਛੰਦ ਪ੍ਰਬੰਧਾਂ ਦੀ ਵਰਤੋਂ ਵੀ ਕੀਤੀ ਗਈ ਹੈ। ਤੁਸੀਂ ਇਹ 3 ਭਾਗ ਸੁਣੇ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਹਨਾਂ 3 ਭਾਗਾਂ ਦਾ ਸਾਰ ਅਸੀਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ। ਇਸ ਵੀਡੀਓ ਨੂੰ ਬਹੁਤ ਜਲਦੀ ਹੀ ਅਪਲੋਡ ਕਰ ਦਿੱਤਾ ਜਾਏਗਾ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਕਮੈਂਟ ਦੇ ਰਾਹੀਂ ਸਾਡੇ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਜੇਕਰ ਤੁਸੀਂ ਇਹ ਚੈਨਲ ਸਬਸਕ੍ਰਾਈਬ ਕਰੋਗੇ ਤਾਂ ਸਾਨੂੰ ਬਹੁਤ ਅੱਛਾ ਲੱਗੇਗਾ। ਧੰਨਵਾਦ।